ਜੰਗੀ ਪੱਧਰ ਦੇ ਉੱਤੇ ਤਿੰਨ ਕਾਲੇ ਕਾਨੂੰਨਾਂ ਨਾਲ ਜੂਝਦੇ ਜਾਂਬਾਜ਼ ਪੰਜਾਬੀ। ਸਵਾਲ ਪੱਗ ਤੇ ਆ ਗਿਆ, ਸਾਡੀ ਅਣਖ ਤੇ ਆ ਗਿਆ, ਸਾਡੀ ਹੋਂਦ ਤੇ ਆ ਗਿਆ ਔਰ ਸਾਡੇ ਸਰਮਾਏ ਤੇ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਾਇਆ ਹੋਇਆ ਹੈ ਉਹਦੇ ਤੇ ਆ ਗਿਆ। एकजुट होके संगठित होके लड़ाई लड़न पे आ गया, क्योंकि कश्ती डूबेगी तो डूबेंगे सारे, कोई नहीं बचेंगे साथी हमारे। साडे प्राण ने किसान, ते जे किसान ना रहा लभना कोई नहीं। इस करके अज इनकलाब दे नारे नूं हलारा देण दी सख्त जरूरत है, पर पहला समस्या नूं समझण दी लोड़ है। APMC ਦੀਆਂ ਮੰਡੀਆਂ ਤੇ ਜਿਹੜਾ ਸਕਸੈਸਫੁਲ MSP ਦਾ ਮਾਡਲ ਹੈ ਇਹ ਹੋਂਦ 'ਚ ਕਿਵੇਂ ਆਇਆ? ਗ੍ਰੀਨ ਰੈਵੋਲੂਸ਼ਨ ਦੀ ਲੋੜ ਪੰਜਾਬ ਨੂੰ ਸੀ? ਬਿਲਕੁਲ ਨਹੀਂ, ਇਹ ਹਿੰਦੁਸਤਾਨ ਨੂੰ ਲੋੜ ਸੀ ਔਰ ਸਾਰੇ ਦੇਸ਼ ਦਾ ਢਿੱਡ ਭਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ ਚੁੱਕੀ। 2% ਲੋਕ 60% ਨੂੰ ਰਜਾਉਂਦੇ ਰਹੇ। ਅੰਨਦਾਤਾ ਦਾ ਨਾਮ ਉਦੋਂ ਆਇਆ ਔਰ ਉਹ 5-6 ਪੀੜ੍ਹੀਆਂ ਦੀ ਮਿਹਨਤ ਲੱਗ ਕੇ, ਸਰਕਾਰਾਂ ਦੀ ਇਨਵੈਸਟਮੈਂਟ ਲੱਗ ਕੇ ਤਾਂ ਜਾ ਕੇ ਇਹ ਇਨਫਰਾਸਟ੍ਰਕਚਰ ਬਣਿਆ। ਦੇਸ਼ ਦੇ 80 ਕਰੋੜ ਗਰੀਬ ਨੂੰ ਅੰਨ ਕੌਣ ਦਿੰਦਾ? ਕਿਤੇ ਗਲਤਫਹਿਮੀ 'ਚ ਨਾ ਰਹੀਓ ਵੀ ਦੇਸ਼ ਦਾ ਪੂੰਜੀਪਤੀ ਦਿੰਦਾ ਹੈ ਜਾਂ ਸਰਕਾਰਾਂ ਦਿੰਦੀਆਂ ਨੇ, ਨਹੀਂ, ਇਹ ਕਿਸਾਨ ਦਿੰਦਾ। ਮੈਂ ਸਮਝਾਉਣਾ ਕਿੱਦਾਂ। 1980 ਤੋਂ ਦੇਖ ਲਓ, ਇੰਪਲੋਈ ਦੀ ਜਿਹੜੀ ਇਨਕਮ ਹੈ ਉਹਦੀ ਤਨਖਾਹ ਹੈ 200%, ਕਿਸੇ ਦੀ 400%, ਜਿਹੜਾ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦਾ ਹੈ 500%, 1000 ਗੁਣਾ। ਇਹ ਕੰਪਨੀਆਂ ਦੇ ਜਿਹੜੇ EMPLOYE ਨੇ 1000 ਗੁਣਾ ਉਹਨਾਂ ਦੀ ਇਨਕਮ ਵਧ ਗਈ, ਲੇਕਿਨ ਕਿਸਾਨ ਦੀ MSP ਸਿਰਫ 15 ਗੁਣਾ ਵਧੀ ਹੈ। MSP ਸਰਕਾਰ ਘੱਟ ਰੱਖਦੀ ਹੈ, ਅਨਾਜ ਸਸਤਾ ਚੁੱਕ ਕੇ ਉਹ ਗਰੀਬਾਂ ਨੂੰ ਵੰਡਦੀ ਹੈ। ਉਹ ਵਡਮੁੱਲਾ ਯੋਗਦਾਨ ਵੀ ਕਿਸਾਨ ਦਾ ਹੈ, ਕਿਸਾਨ ਦੇ ਖੂਨ ਪਸੀਨੇ ਦੀ। MSP ਵਧਾਉਣੀ ਤਾਂ ਕੀ ਸੀ? ਇਹ ਕਾਲੇ ਕਾਨੂੰਨ ਲਿਆ ਕੇ ਸਰਕਾਰ ਕਿਸਾਨਾਂ ਨੂੰ ਦਰਕਿਨਾਰ ਕਰ ਰਹੀ ਹੈ। यूज एंड थ्रो वाली पॉलिसी है। मतलब निकल गया है तो पहचानते नहीं, यूं जा रहे हैं जैसे हमें जानते नहीं। ਤੇ ਜਿਹੜੇ ਸਟੇਟਾਂ 'ਚ, ਜਿਹੜੇ ਰਾਜਾਂ ਦੇ ਵਿੱਚ ਇਹ APMC ਦੀਆਂ ਮੰਡੀਆਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਨੇ, ਉੱਥੇ ਪ੍ਰਮਾਣ ਦੇ ਤੌਰ ਤੇ ਦੇਖ ਲਓ ਕਿ ਅੰਨਦਾਤਾ ਦਰ ਦੀਆਂ ਠੋਕਰਾਂ ਖਾਂਦਾ ਹੈ ਤੇ ਲੇਬਰ ਕਰਨ ਤੇ ਮਜਬੂਰ ਹੋਇਆ ਹੋਇਆ। ਜਗ ਜ਼ਾਹਿਰ ਹੈ ਕਿ ਸਿਰਫ 6% ਲੋਕਾਂ ਨੂੰ MSP ਮਿਲਦੀ ਸੀ ਕਿਸਾਨਾਂ 'ਚੋਂ, ਔਰ ਜਿਹੜੇ 94% ਫ੍ਰੀ ਮਾਰਕੀਟ 'ਚ ਘੁੰਮ ਰਹੇ ਆ ਉਹਨਾਂ ਦੀ ਹਾਲਤ ਦੇਖ ਲਓ, ਬਦਨੋਂ ਬੱਤਰ। ਪੂੰਜੀਪਤੀਆਂ ਨੂੰ ਤੁਸੀਂ ਆਊਟ ਆਫ ਦੀ ਵੇ, ਜਿਹਨੂੰ ਲੋੜ ਨਹੀਂ ਉਹਨਾਂ ਨੂੰ ਤੁਸੀਂ ਆਊਟ ਆਫ ਦੀ ਵੇ ਜਾ ਕੇ ਮਦਦ ਕਰਦੇ ਹੋ। ਰੈਵਨਿਊਜ਼ ਫੋਰਗੋਨ ਦੇ ਵਿੱਚ 4-5 ਲੱਖ ਕਰੋੜ ਰੁਪਏ ਦੇ ਹਰ ਸਾਲ ਤੁਸੀਂ ਟੈਕਸ ਛੱਡਦੇ ਹੋ, ਉਹਨਾਂ ਨੂੰ ਟੈਕਸਾਂ ਦੇ ਵਿੱਚ ਵੀ ਛੂਟ ਦਿੰਦੇ ਹੋ, ਉਹਨਾਂ ਨੂੰ ਸਬਸਿਡੀਆਂ ਵੀ ਦਿੰਦੇ ਹੋ, ਤੇ ਜਦੋਂ ਕਿਸਾਨ ਨੂੰ MSP ਦੇਣੀ ਹੁੰਦੀ ਹੈ ਹਾਹਾਕਾਰ ਮਚ ਜਾਂਦਾ, ਉਲਟੀ ਗੰਗਾ ਵਹਿੰਦੀ ਹੈ। ਅੱਜ ਤੇ ਇਕਨੋਮੀ ਡੁੱਬੀ ਪਈ ਹੈ, ਰਿਸੈਸ਼ਨ ਵੱਲ ਨੂੰ ਵਧ ਰਹੀ ਹੈ, ਅੱਜ ਤੁਸੀਂ ਕਿਸਾਨ ਮਾਰ ਰਹੇ ਹੋ। ਲੇਕਿਨ ਮੈਂ ਇਹ ਪੁੱਛਦਾ ਕਿ ਜਦੋਂ ਇਕਨੋਮੀ 8% ਤੇ ਗਰੋ ਕਰ ਰਹੀ ਸੀ ਉਦੋਂ ਵੀ ਇੰਪਲੋਇਮੈਂਟ ਜਿਹੜੀ ਹੈ 0.4% ਸੀ, ਉਦੋਂ ਵੀ ਫਾਇਦਾ ਸਾਰਾ ਪੂੰਜੀਪਤੀਆਂ ਨੂੰ ਜਾਂਦਾ ਸੀ। ਸਾਰੀਆਂ ਪਬਲਿਕ ਸੈਕਟਰ ਕੰਪਨੀਆਂ ਮਾਰਤੀਆਂ, ਭੇਲ ਮਾਰਤੀ, BSNL ਮਾਰਤੀ, ONGC ਘਾਟੇ ਦੇ ਵਿੱਚ ਜਾ ਰਹੀ ਹੈ, ਵੱਡੇ ਵੱਡੇ ਬੈਂਕ ਅੱਜ NPਆਂ ਦੇ ਘਾਟੇ ਦੇ ਵਿੱਚ ਖਤਮ ਹੋ ਰਹੇ ਨੇ, ਤੇ ਹੁਣ ਤੁਸੀਂ ਕਿਸਾਨ ਦੀ ਮੰਡੀ ਦੇ ਮਗਰ ਪੈ ਗਏ ਹੋ। ਇਹ ਕਿੱਥੋਂ ਦਾ ਇਨਸਾਫ ਹੈ? GST ਵਾਂਗ ਇਹ ਕਾਲੇ ਕਾਨੂੰਨ ਵੀ ਸਟੇਟਾਂ ਦੇ ਹੱਕ ਖੋਹ ਰਹੇ ਨੇ। ਫੈਡਰਲ ਸਟਰਕਚਰ ਤੇ ਡਾਇਰੈਕਟ ਅਟੈਕ ਹੈ। GST ਵੀ ਸਾਡੇ ਸੰਘੀ ਢਾਂਚੇ ਦੇ ਉੱਤੇ ਇੱਕ ਬਹੁਤ ਕਰਾਰਾ ਤਮਾਚਾ ਸੀਗਾ। ਸਾਡੇ ਅਧਿਕਾਰ ਖੋਏ, ਸਾਡੇ ਹੀ ਪੈਸੇ ਲੈ ਕੇ ਸਾਨੂੰ ਮੋੜੇ ਨਹੀਂ, ਸਾਨੂੰ ਮੁਹਤਾਜ ਬਣਾਇਆ। ਔਰ ਇਹ ਕਾਲੇ ਕਾਨੂੰਨ ਵੀ ਸਾਡੇ ਮੰਡੀਆਂ ਦੀ ਇਨਕਮ ਨੂੰ ਖੋਰਾ ਲਾ ਰਹੇ ਆ। ਪਿਛਲੇ ਸਾਲ ਮੰਡੀਆਂ ਤੋਂ 3600 ਕਰੋੜ ਰੁਪਇਆ, ਐਤਕੀ 4000 ਕਰੋੜ ਆਇਆ। ਸਭ ਲੁੱਟ ਹੋਈ। ਇਹ ਸਾਡਾ ਸੰਘੀ ਢਾਂਚਾ, ਸਾਡੇ ਅਧਿਕਾਰ ਪੂਰੀ ਤਰ੍ਹਾਂ ਖੋਹ ਲੈਣ। GST ਨੇ ਵਪਾਰੀ ਮਾਰਿਆ, ਇਹ ਕਾਲੇ ਕਾਨੂੰਨ ਕਿਸਾਨ ਮਾਰ ਰਹੇ। 28,000 ਆੜਤੀਆ ਜਿਹੜਾ ਮੁੱਢ ਬੰਦਾ ਸੀ ਮੰਡੀਆਂ ਦਾ ਉਹ ਖਤਮ ਹੋ ਜੂ। 4 ਤੋਂ 5 ਲੱਖ ਮੰਡੀ ਲੇਬਰ ਜਿਹੜੇ ਦਸ਼ਕਾਂ ਤੋਂ ਮੰਡੀਆਂ 'ਚ ਕੰਮ ਕਰ ਰਹੇ ਆ, ਉਹਨਾਂ ਦਾ ਰੁਜ਼ਗਾਰ ਖੋਹ ਲੈਣਗੇ। ਸਾਡੇ ਸਕਸੈਸਫੁਲ ਮੰਡੀ ਮਾਡਲ ਨੂੰ ਪਾਸੇ ਕਰਕੇ ਇਹ ਅਮਰੀਕਾ ਤੇ ਯੂਰਪ ਦਾ ਫੇਲ ਹੋਇਆ ਫ੍ਰੀ ਮਾਰਕੀਟ ਮਾਡਲ ਸਾਡੇ ਤੇ ਮੜ ਰਹੇ ਆ, ਸਾਡੇ ਤੇ ਥੋਪ ਰਹੇ ਆ। ਇੱਕ 2 ਏਕੜ ਜਾਂ 5 ਏਕੜ ਵਾਲਾ ਕਿਸਾਨ ਇਹਨਾਂ ਵੱਡੇ ਵੱਡੇ ਪੂੰਜੀਪਤੀਆਂ ਦੇ ਨਾਲ ਇੱਕ ਫੇਅਰ ਵਪਾਰਿਕ ਡੀਲ ਬਣਾ ਪਾਏਗਾ?
ਕੀ ਉਹਦੀ ਕੋਈ ਬਰਾਬਰੀ ਹੈ? ਕੀ ਉਹ ਕੋਈ ਕਾਬਲ ਵਕੀਲ ਲਿਆ ਕੇ ਇਹਨਾਂ ਦੇ ਸਾਹਮਣੇ ਖੜਾ ਕਰ ਸਕੂ? ਇਹਨਾਂ ਕੋਲ ਤਾਂ ਹਜ਼ਾਰਾਂ ਸਾਧਨ ਨੇ, ਵੱਡੇ ਵੱਡੇ ਵਕੀਲ ਇਹਨਾਂ ਦੇ ਨਾਲ ਹੋਣਗੇ, ਕੰਟਰੈਕਟ ਦੇ ਵਿੱਚ ਘੁੰਡੀਆਂ ਹੋਣਗੀਆਂ, ਮਾਰ ਦੇਣਗੇ। ਤੇ ਜੇ ਕੋਈ ਵਿਵਾਦ ਹੋ ਗਿਆ, ਕੋਈ ਡਿਸਪਿਊਟ ਹੋ ਗਿਆ, ਤੇ ਬੰਦਾ ਸਿਵਲ ਕੋਰਟ 'ਚ ਨਹੀਂ ਜਾ ਸਕਦਾ, ਉਹਨੂੰ ਡੀਸੀ ਜਾਂ ਐਸਡੀਐਮ ਦੇ ਕੋਲ ਜਾਣਾ ਪਊ, ਜਿਹਨੂੰ ਦਿਸ਼ਾ ਨਿਰਦੇਸ਼ ਸੈਂਟਰ ਦੀ ਸਰਕਾਰ ਦਊਗੀ। ਔਰ ਤੁਹਾਡੇ ਐਮਐਲਏ, ਤੁਹਾਡੇ ਮੰਤਰੀ ਦਰਸ਼ਨੀ ਘੋੜੇ ਬਣਾ ਕੇ ਖੜਾ ਕਰ ਦੇਣਗੇ। ਇਹ ਤੁਹਾਡੀ ਕੋਈ ਮਦਦ ਨਹੀਂ ਕਰ ਸਕਣਗੇ। ਉਹ ਹੈ ਨਾ ਧੱਕਾ। ਮੈਂ ਫੇਰ ਚੇਤਾਵਨੀ ਦਿੰਦਾ ਕਿ ਇਹ ਕਾਲੇ ਕਾਨੂੰਨਾਂ ਦਾ ਅਸਰ ਉਹਨਾਂ ਲੋਕਾਂ ਤੇ ਵੀ ਆਊ ਜਿਹੜਾ ਕਿਸਾਨ ਨਹੀਂ ਹੈ। ਫੂਡ ਇਨਫਲੇਸ਼ਨ ਆਊ, ਅੰਨ ਦੀਆਂ ਕੀਮਤਾਂ 7ਵੇਂ ਅਸਮਾਨ ਤੇ ਹੋਣਗੀਆਂ, ਔਰ ਫਾਇਦਾ ਜਿਹੜਾ ਹੈ ਉਹ ਵੱਡੇ ਪੂੰਜੀਪਤੀਆਂ ਨੂੰ ਜਾਊ, ਕਿਸਾਨ ਨੂੰ ਨਹੀਂ ਜਾਣਾ। ਲਿਖ ਲਓ, ਇਸ ਕਾਨੂੰਨ ਤਹਿਤ ਸਰਕਾਰ ਨੇ ਅੰਨ ਨੂੰ ਐਸੈਂਸ਼ੀਅਲ ਕਮੋਡਿਟੀਜ਼ ਚੋਂ ਬਾਹਰ ਕੱਢ ਦਿੱਤਾ ਹੈ, ਹੋਰਡਿੰਗ ਨੂੰ ਲੈਜੀਟਿਮਾਈਜ਼ ਕਰ ਦਿੱਤਾ ਹੈ। ਤੁਸੀਂ ਅਨਾਜ ਨੂੰ ਹੋਰਡ ਕਰੋ ਤੇ ਫਿਰ 50 ਗੁਣਾ ਜਾਂ 100 ਗੁਣਾ ਕੀਮਤਾਂ ਦੇ ਉੱਤੇ ਵੇਚੋ। ਇਹ ਤੇ ਢੇਰਗਰਦੀ ਹੈ। ਇੰਨਾ ਹੀ ਨਹੀਂ, ਇੱਕ ਹੋਰ ਘਾਤਕ ਬਿੱਲ ਤਿਆਰ ਕਰੀ ਬੈਠੇ ਆ, ਵਿਚ ਵਿਲ ਬੀ ਦੀ ਲਾਸਟ ਨੇਲ ਇਨ ਆਰ ਕਾਫਿਨ, ਖਤਮ ਕਰ ਦੂਗਾ ਪੰਜਾਬ ਨੂੰ। ਉਹ ਹੈ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ। ਉਹਦਾ ਡਰਾਫਟ ਬਣਾਈ ਬੈਠੇ ਆ, ਜਿੱਦਣ ਚਾਹਣਗੇ 2 ਦਿਨਾਂ ਦੇ ਵਿੱਚ ਉਹਨੂੰ ਪਾਸ ਕਰਕੇ ਪਰੇ ਮੰਨਗੇ। ਤੇ ਹੰਗਾਮਾ ਜ਼ਿਆਦਾ ਹੋ ਰਿਹਾ। ਉਹ ਕੀ ਹੈ ਭਾਈ? ਉਹ ਸਾਰਾ ਦਾ ਸਾਰਾ ਕੰਟਰੋਲ ਪੰਜਾਬ ਰਾਜ ਬਿਜਲੀ ਬੋਰਡ ਦਾ ਹੁਣ ਸੈਂਟਰ ਦੇ ਕੋਲ ਡਾਇਰੈਕਟਲੀ ਚਲਾ ਜਾਊਗਾ। ਔਰ ਤੁਹਾਨੂੰ ਮੈਂ ਇਹ ਦੱਸ ਦਿੰਦਾ, ਉਹਦਾ ਅਸਰ ਸਭ ਤੋਂ ਵੱਡਾ ਪੰਜਾਬ ਦੇ ਉੱਤੇ ਇਹ ਆਊਗਾ ਕਿ ਤੁਹਾਡੀਆਂ ਸਬਸਿਡੀਆਂ ਬੰਦ ਕਰ ਦੇਣਗੇ। ਉਹਦਾ ਰੂਲ ਹੈ ਕਿ ਤੁਸੀਂ ਜੇ ਕਿਸਾਨ ਨੂੰ ਸਬਸਿਡੀ ਦੇਣੀ ਹੈ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰਨਾ, ਤੁਸੀਂ ਉਹਦੇ ਬੈਂਕ ਦੇ ਵਿੱਚ ਪੈਸੇ ਪਾਉਣੇ ਆ। ਤੇ ਜਿਹੜੀ ਸਰਕਾਰ ਪਹਿਲਾਂ ਹੀ GST ਨਹੀਂ ਲੈ ਸਕੀ ਔਰ ਅੱਜ ਕਰਜ਼ਾਈ ਹੋਈ ਪਈ ਹੈ, ਉਹ 10,000 ਕਰੋੜ ਰੁਪਈਆ ਕਿਸਾਨਾਂ ਦੇ ਬੈਂਕਾਂ ਦੇ ਵਿੱਚ ਕਿੱਥੋਂ ਪਾਊ? ਖਤਮ ਕਰ ਦੇਣਗੇ ਸਾਡਾ ਸਿਸਟਮ ਸਾਰਾ। ਇਹ ਮੁਹਤਾਜ ਬਣਾ ਦੇਣਗੇ, ਹੱਥ 'ਚ ਠੁੱਠਾ ਦੇ ਦੇਣਗੇ। ਹੁਣ ਇਹਨਾਂ ਘਾਤਕ ਪਰਿਸਥਿਤੀਆਂ ਦੇ ਵਿੱਚ ਆਪਣੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਸਾਰਾ ਪੰਜਾਬ ਇੱਕ ਮੁੱਠ, ਇੱਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜਾ ਹੈ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਸਾਡੇ ਕੋਲ ਕੋਈ ਵਿਕਲਪ ਹੈ ਵੀ ਅਸੀਂ ਰੌਲਾ ਪਾਈਏ, ਲਾਲਾ ਲਾਲਾ ਕਰੀਏ ਤੇ ਫਿਰ ਘਰ ਨੂੰ ਮੁੜ ਜਾਈਏ। ਮੇਰੀ ਰਾਜਨੀਤੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੁਸ਼ਕਿਲ ਦਾ ਹੱਲ ਦਿੰਦੀ ਹੈ, ਹੱਲ ਪੱਖੀ ਰਾਜਨੀਤੀ ਹੈ, ਔਰ ਇਸੇ ਦੀ ਜ਼ਰੂਰਤ ਹੈ। ਜੇ ਕੋਈ ਪਾਰਟੀ ਰਾਸ਼ਟਰਪਤੀ ਕੋਲ ਮਤਾ ਲੈ ਕੇ ਜਾਣਾ ਚਾਹੁੰਦੀ ਹੈ ਵੀ ਇਹਨਾਂ ਬਿੱਲਾਂ ਨੂੰ ਰੱਦ ਕਰੋ, ਜੀ ਸੱਦ ਕੇ ਜਾਓ, ਪੁਰਜ਼ੋਰ ਕੋਸ਼ਿਸ਼ ਕਰੋ, ਸਾਰਾ ਪੰਜਾਬ ਤੁਹਾਡੇ ਨਾਲ ਹੈ। ਪਰ ਇਹ ਗੱਲ ਯਾਦ ਰੱਖੋ ਕਿ ਸਰਕਾਰ ਨੇ ਧੱਕੇ ਨਾਲ ਇਹ 2 ਬਿੱਲ ਪਾਸ ਕਰਾਏ ਨੇ ਔਰ ਆਪਣੇ ਪ੍ਰੈਜ਼ੀਡੈਂਟ ਕੋਲ ਭੇਜੇ ਨੇ। ਇਹ ਮੁਮਕਿਨ ਨਹੀਂ ਕਿ ਪ੍ਰੈਜ਼ੀਡੈਂਟ ਪਾਸ ਨਾ ਕਰੇ, ਮੀਅਰ ਫਾਰਮੈਲਿਟੀ ਹੈ ਮੇਰੇ ਹਿਸਾਬ ਦੇ ਨਾਲ। ਹੁਣ ਜੇ ਆਪਾਂ ਸੁਪਰੀਮ ਕੋਰਟ ਦੇ ਦਰਵਾਜ਼ੇ ਦੇ ਉੱਤੇ ਦਸਤਕ ਦੇਣੀ ਹੈ ਇਸ ਕਿਸਾਨ ਮਾਰੂ ਕਾਨੂੰਨ ਦੇ ਖਿਲਾਫ, ਤੇ ਬਹੁਤ ਵਾਜਬ ਹੈ, ਜ਼ਰੂਰੀ ਵੀ ਹੈ। ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਅਸਲੀ ਧਰਮ ਹੈ। ਲੇਕਿਨ ਇੰਨਾ ਯਾਦ ਰਹੇ ਕਿ ਸਰਕਾਰੀਆ ਕਮਿਸ਼ਨ ਪਿੱਟਦਾ ਮਰ ਗਿਆ। ਔਰ ਸਰਕਾਰੀਆ ਕਮਿਸ਼ਨ ਸਭ ਤੋਂ ਵੱਡਾ ਰਖਵਾਲਾ ਹੈ ਸਟੇਟਾਂ ਦੀਆਂ ਤਾਕਤਾਂ ਦਾ, ਫੈਡਰਲ ਸਟਰਕਚਰ ਦਾ। ਉਹ ਪਿੱਟਦਾ ਮਰ ਗਿਆ ਕਿ ਭਾਈ ਐਂਟਰੀ 3334 ਕੌਨਕਰੈਂਟ ਲਿਸਟ, ਜਿਹੜੀ ਸਾਂਝੀ ਲਿਸਟ ਹੈ ਸਟੇਟ ਤੇ ਸੈਂਟਰ ਦੀ, ਉਹ ਪਾਵਰ ਦਿੰਦੀ ਹੈ ਸੈਂਟਰ ਨੂੰ ਐਗਰੀਕਲਚਰ ਦੇ ਉੱਤੇ ਕੋਈ ਲਾਅ ਬਣਾਉਣ ਦੀ। ਔਰ ਇਹ ਬੜਾ ਘਾਤਕ ਹੈ। ਇੰਨਾ ਹੀ ਨਹੀਂ, ਇਟਸ ਨਾਟ ਐਜ਼ ਬੈਡ ਐਜ਼ ਇਟ ਲੁਕਸ, ਇਟ ਇਜ਼ ਵਰਸ, ਕਿਉਂਕਿ ਆਰਟੀਕਲ 249 ਆਫ ਦੀ ਕਨਸਟੀਟਿਊਸ਼ਨ empowers them and gives them overriding power। overriding power ਦਿੰਦਾ ਹੈ ਕਿ ਸਟੇਟ ਦੀ ਕਿਸੇ ਵੀ ਲਿਸਟ ਦੇ ਉੱਤੇ ਉਹ ਲਾਅ ਬਣਾ ਸਕਦੇ ਆ। ਇਹਦੀਆਂ ਸ਼ਿਕਾਇਤਾਂ ਨੇ, ਤੁਸੀਂ ਦੇਖੋ ਤਾਮਿਲਨਾਡੂ ਔਰ ਵੈਸਟ ਬੰਗਾਲ ਵਰਗੇ ਉੱਗੇ ਜਿਹੜੇ ਸਟੇਟ ਨੇ, ਉਹਨਾਂ ਨੇ ਸਰਕਾਰੀਆ ਕਮਿਸ਼ਨ ਨੂੰ ਲਿਖ ਕੇ ਦਿੱਤਾ ਹੈ ਕਿ ਇਹ ਐਂਟੀ ਸਟੇਟ ਹੈ। ਇਹ ਇੰਨੀਆਂ ਐਬਸੋਲੂਟ ਪਾਵਰਸ ਨੇ ਕਿ ਸਟੇਟ ਦੀ ਹਰ ਤਾਕਤ ਦਾ ਹਨਨ ਕਰਦੀਆਂ ਨੇ। ਔਰ ਐਸਾ ਆਰਟੀਕਲ 249 ਫੈਡਰਲ ਸਟਰਕਚਰ ਵਾਲੇ ਕਿਸੇ ਮੁਲਕ ਦੇ ਵਿੱਚ ਐਂਟੀ ਸਟੇਟ ਕਾਨੂੰਨ ਹੈ ਨਹੀਂ। ਹੁਣ ਤੁਸੀਂ ਮੈਨੂੰ ਦੱਸੋ, ਇਹਨਾਂ ਹਾਲਾਤਾਂ ਦੇ ਵਿੱਚ ਕੀ ਸੁਪਰੀਮ ਕੋਰਟ ਆਰਟੀਕਲ 249 ਨੂੰ ਇਗਨੋਰ ਕਰ ਦੂ ਔਰ ਪੰਜਾਬ ਦਾ ਪੱਖ ਪੂਰੂ? ਸੰਭਵ ਤੇ ਹੈ, ਪਰ ਸੰਭਾਵਨਾ ਬਹੁਤ ਘੱਟ ਹੈ। ਪੋਸੀਬਲ ਬਟ ਨਾਟ ਪ੍ਰੋਬੇਬਲ। ਸਾਡੀ ਪੱਗ ਨੂੰ ਹੱਥ ਪਾਇਆ, ਸਾਡੇ ਵਕਾਰ ਨੂੰ ਲਲਕਾਰਿਆ, ਪਰ ਇਹਨਾਂ ਸਭ ਚੀਜ਼ਾਂ ਦੇ ਬਾਵਜੂਦ ਇੱਕ ਮਿਹਰ ਬਰਸ ਰਹੀ ਹੈ। ਉਹ ਇਹ ਹੈ ਕਿ 3 ਕਰੋੜ ਪੰਜਾਬੀ, ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਸਾਰੀਆਂ ਕਿਸਾਨ ਯੂਨੀਅਨਾਂ ਇੱਕ ਮੁੱਠ ਨੇ, ਇੱਕਜੁੱਟ ਨੇ, ਆਤੁਰ ਨੇ ਕਿ ਪੰਜਾਬ ਦੇ ਕਿਸਾਨ, ਪੰਜਾਬ ਦੀ ਅਣਖ, ਪੰਜਾਬ ਦੀ ਪਛਾਣ ਨੂੰ ਕਿੱਦਾਂ ਬਚਾਇਆ ਜਾਵੇ। ਇਹ ਸਮੇਂ ਦੀ ਮੰਗ ਹੈ
ਹਰ ਪੰਜਾਬੀ ਦੀ ਆਵਾਜ਼ ਹੈ ਕਿ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਉਲੀਕਿਆ ਜਾਵੇ ਔਰ ਯੋਜਨਾਬੱਧ ਤਰੀਕੇ ਦੇ ਨਾਲ ਉਲੀਕਿਆ ਜਾਵੇ। ਸਹੀ ਸਮੇਂ ਦੇ ਉੱਤੇ ਆਰੰਭ ਕੀਤੀਆਂ ਹੋਈਆਂ ਨੀਤੀਆਂ ਫਲਦਾਈ ਸਿੱਧ ਹੁੰਦੀਆਂ ਨੇ। ਸਾਡੇ ਕੋਲ ਸਰਮਾਇਆ ਹੈ ਬਾਬੇ ਨਾਨਕ ਦਾ, ਔਰ ਬਾਬਾ ਜੀ ਕਹਿੰਦੇ ਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ। ਅਸੀਂ ਤਿਆਰ ਰਹੀਏ, ਅਸੀਂ ਹਰ ਆਪਦਾ ਲਈ ਤਿਆਰ ਰਹੀਏ। ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ ਬਣਦੀ ਹੈ, ਵਿਭਾਜਿਤ ਹੋਈ ਸ਼ਕਤੀ ਪਤਨ ਦਾ ਕਾਰਨ ਬਣਦੀ ਹੈ। ਸੰਘਰਸ਼ ਪੰਜਾਬੀਆਂ ਦਾ ਗਹਿਣਾ ਹੈ। ਕਿਸਾਨਾਂ ਦੀਆਂ ਮੰਡੀਆਂ, MSP, ਕਿਸਾਨਾਂ ਦੇ ਹੱਕਾਂ ਦੇ ਲਈ ਜਿਹੜਾ ਅੰਦੋਲਨ ਹੈ ਉਹਨੂੰ ਬਰਕਰਾਰ ਰੱਖੀਏ, ਜਾਰੀ ਰੱਖੀਏ, ਉਹਨੂੰ ਹੋਰ ਵਧੇਰੇ ਵਧਾਈਏ। ਲੇਕਿਨ ਕਿਸਾਨਾਂ ਦੀਆਂ ਮੌਜੂਦਾ ਔਰ ਆਉਣ ਵਾਲੀਆਂ ਜਿਹੜੀਆਂ ਮੁਸੀਬਤਾਂ ਦੇ ਉੱਤੇ ਚਿੰਤਨ ਕਰਨ ਲਈ, ਉਹਨਾਂ ਦੇ ਹੱਲ ਕੱਢਣ ਦੇ ਲਈ ਇਸ ਕਾਮਨ ਮਿਨੀਮਮ ਪ੍ਰੋਗਰਾਮ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ। ਕੋਈ ਤਾਕਤ ਜੋ ਹੋਵੇ, ਕੋਈ ਤਾਕਤ ਦੇ ਵਿੱਚ ਆਵੇ, ਪੁਰਜ਼ੋਰ ਪ੍ਰਯਾਸ ਦੇ ਨਾਲ ਇਹ ਕਾਮਨ ਮਿਨੀਮਮ ਪ੍ਰੋਗਰਾਮ ਸਿਰੇ ਚਾੜਿਆ ਜਾਵੇ। ਮੇਰਾ ਇਸ ਕਾਮਨ ਮਿਨੀਮਮ ਪ੍ਰੋਗਰਾਮ ਦੇ ਲਈ ਪਹਿਲਾ ਸੁਝਾਅ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ, ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਾਂ, ਪੰਜਾਬ ਦਾ ਬੱਚਾ, ਪੰਜਾਬ ਦੇ ਬਜ਼ੁਰਗ, ਪੰਜਾਬ ਦੇ ਜਵਾਨ ਡਟ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਕਰਨ ਔਰ ਜਦ ਤੱਕ ਰਗਾਂ 'ਚ ਲਹੂ ਹੈ ਤਦ ਤੱਕ ਲੋਆਂ ਆਵਾਜ਼ ਦੇਵੇ ਵੀ ਇਹਨੂੰ ਲਾਗੂ ਨਹੀਂ ਹੋਣਾ। ਮੇਰਾ ਦੂਸਰਾ ਸੁਝਾਅ ਇਹ ਹੈ ਪਿਆਰੇ ਪੰਜਾਬੀਓ, ਪੰਜਾਬ ਸੈਂਕੜੇ ਕਰੋੜਾਂ ਦੀਆਂ ਦਾਲਾਂ, ਆਟਾ ਦਾਲ ਸਕੀਮ ਵਾਸਤੇ ਬਾਹਰੋਂ ਇੰਪੋਰਟ ਕਰਦਾ। ਤੁਸੀਂ ਕਿਸੇ ਯੂਨੀਵਰਸਿਟੀ ਨੂੰ ਦੇਖ ਲਓ, ਪੰਜਾਬ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਫਾਈਲਾਂ ਹੀ ਪਈਆਂ, ਰਿਪੋਰਟਾਂ ਬਣ ਕੇ। ਜਿੰਨੇ ਐਕਸਪਰਟ ਨੇ ਸਾਰੇ ਕਹਿੰਦੇ ਨੇ ਕ੍ਰੌਪ ਡਾਈਵਰਸੀਫਿਕੇਸ਼ਨ ਕਰੋ, ਭਾਈ ਸਬਜ਼ੀਆਂ ਲਾਓ, ਫਰੂਟ ਲਾਓ, ਆਇਲ ਸੀਡ ਲਾਓ, ਇਹ ਸਾਰੀਆਂ ਚੀਜ਼ਾਂ ਤੁਸੀਂ ਲਾਓ। ਲੇਕਿਨ ਕਿਸਾਨ ਬਹੁਤ ਸਿਆਣਾ ਹੈ। ਕਿਸਾਨ ਝੋਨਾ ਤੇ ਕਣਕ ਇਸ ਕਰਕੇ ਲਾਉਂਦਾ ਹੈ ਕਿਉਂਕਿ ਉਹਨੂੰ ਉੱਥੇ MSP ਮਿਲਦੀ ਹੈ। ਹੁਣ ਮੇਰਾ ਇਹ ਮੰਨਣਾ ਹੈ ਕਿ ਜੇ ਪੰਜਾਬ ਸਰਕਾਰ ਮਿਲਕਫੈਡ ਰਾਹੀਂ ਦੁੱਧ ਦੇ ਉੱਤੇ MSP ਦੇ ਸਕਦੀ ਹੈ ਔਰ ਹਿਮਾਚਲ ਦੀ ਸਰਕਾਰ ਸੇਬਾਂ ਦੇ ਉੱਤੇ ਕਿਸਾਨ ਨੂੰ ਅਸ਼ੋਰਡ ਇਨਕਮ MSP ਦੇ ਸਕਦੀ ਹੈ, ਤੇ ਫਿਰ ਭਾਈ ਦਾਲਾਂ ਹੋਣ, ਚਾਹੇ ਆਇਲ ਸੀਡ ਹੋਣ, ਚਾਹੇ ਫਰੂਟਸ ਹੋਣ, ਚਾਹੇ ਵੈਜੀਟੇਬਲਸ ਹੋਣ, ਇਹਨਾਂ ਉੱਤੇ MSP ਕਿਉਂ ਨਹੀਂ ਦੇ ਸਕਦੀ? ਮੇਰਾ ਇਹ ਮੰਨਣਾ ਹੈ ਕਿ ਪੰਜਾਬ ਸਰਕਾਰ ਹੋਲਡਿੰਗ ਕੈਪੈਸਿਟੀ ਦੇਵੇ, ਕਿਸਾਨ ਕੋਲਡ ਸਟੋਰੇਜ ਬਣਾਵੇ ਜਿੱਥੇ ਉਹ ਆਪਣੀ ਉਪਜ ਨੂੰ ਸਟੋਰ ਕਰ ਸਕੇ ਔਰ ਵੱਡੇ ਪੂੰਜੀਪਤੀਆਂ ਦੇ ਅੱਗੇ ਗੋਡੇ ਨਾ ਟੇਕੇ। ਔਰ ਇਸੇ ਤਰੀਕੇ ਮੈਂ ਵਿਨਮਰ ਬੇਨਤੀ ਕਰਦਾ ਸਾਰੀਆਂ ਯੂਨੀਅਨਾਂ ਨੂੰ ਕਿ ਉਹ ਆਪਣੇ ਸੁਪਨੇ ਸਾਕਾਰ ਕਰਨ। ਉਹਨਾਂ ਦਾ ਜਿਹੜਾ ਏਜੰਡਾ ਸੀ ਕਈ ਦਸ਼ਕਾਂ ਪੁਰਾਣਾ ਕਿ ਉਹ ਕੋਆਪਰੇਟਿਵ ਬਣਾਉਣ, ਜਿਹੜਾ ਕੋਆਪਰੇਟਿਵ ਅਮੂਲ ਦੇ ਨਾਮ ਦੇ ਵਿੱਚ ਐਡਾ ਸਕਸੈਸਫੁਲ ਹੋਇਆ, ਮਹਾਰਾਸ਼ਟਰ ਦੇ ਵਿੱਚ ਐਡੇ ਸਕਸੈਸਫੁਲ ਹੋਏ ਨੇ, ਉਹ ਕੋਆਪਰੇਟਿਵ ਬਣਾਉਣ, ਕਿਸਾਨਾਂ ਨੂੰ ਆਪਣੇ ਹਿੱਸੇਦਾਰ ਬਣਾਉਣ, ਭਾਗੀਦਾਰ ਬਣਾਉਣ ਔਰ ਹੱਕਾਂ ਦੇ ਕਿਸਾਨ ਦੇ ਰਖਵਾਲੇ ਬਣਨ ਔਰ ਉਹਨਾਂ ਨੂੰ ਅਸ਼ੋਰਡ ਇਨਕਮ ਵਾਸਤੇ ਸੈਂਟਰ ਮੂਰੇ ਔਰ ਵੱਡੇ ਪੂੰਜੀਪਤੀਆਂ ਮੂਰੇ ਝੁਕਣਾ ਨਾ ਪਵੇ, ਮੁਹਤਾਜ ਨਾ ਹੋਣਾ ਪਵੇ। ਆਪਣਾ ਮੁਕੱਦਰ ਉਹਨਾਂ ਦੇ ਹੱਥ ਦੇ ਵਿੱਚ ਰਹੇ। ਸਟੇਟ ਗਵਰਨਮੈਂਟ ਉਹਨਾਂ ਨੂੰ ਸਟੋਰੇਜ ਕੈਪੈਸਿਟੀ ਦੇਵੇ, ਉਹਨਾਂ ਨੂੰ ਅਸ਼ੋਰਡ ਇਨਕਮ ਦੇਵੇ ਤਾਂ ਕਿ ਕਿਸਾਨ ਕਦੇ ਮੁਹਤਾਜ ਨਾ ਹੋਵੇ ਔਰ ਬਰਾਬਰੀ ਦੇ ਉੱਤੇ ਅੱਖਾਂ 'ਚ ਅੱਖ ਪਾ ਕੇ ਖੜੇ, ਤੇ ਕਿਸਾਨ ਪੰਜਾਬ ਦੀਆਂ ਆਪਣੀਆਂ ਪੁਸ਼ਤੈਨੀ ਮੰਡੀਆਂ ਦਾ ਤੇ MSP ਦਾ ਪੂਰਾ ਲਾਹਾ ਲੈ ਸਕੇ। ਅੱਜ ਤੋਂ 2 ਸਾਲ ਪਹਿਲਾਂ ਮੈਂ ਰਾਤਾਂ ਜਾਗ ਕੇ ਪੁਰਜ਼ੋਰ ਮਿਹਨਤ ਕਰਕੇ ਇਹੋ ਜਿਹੇ ਕਈ ਸੁਝਾਅ ਕਿਸਾਨਾਂ ਦੇ ਹੱਕ ਦੇ ਪੰਜਾਬ ਸਰਕਾਰ ਦੀ ਬਣਾਈ ਹੋਈ ਹੱਕ ਕਮੇਟੀ 'ਚ ਦੇ ਚੁੱਕੇ ਤਾਂ ਕਿ ਅਸੀਂ ਆਪਣੇ ਮੁਕੱਦਰ ਨੂੰ ਆਪਣੇ ਹੱਥਾਂ 'ਚ ਰੱਖ ਸਕੀਏ, ਨਾ ਕਿ ਸੈਂਟਰ ਦੇ ਜਾਂ ਕਿਸੇ ਪੂੰਜੀਪਤੀ ਦੇ। ਬਹਾਦਰ ਕਦ ਕਿਸੇ ਦਾ ਆਸਰਾ ਅਹਿਸਾਨ ਲੈਂਦੇ ਨੇ, ਉਸੇ ਨੂੰ ਕਰ ਗੁਜ਼ਰਦੇ ਨੇ ਜੋ ਮਨ ਵਿੱਚ ਠਾਣ ਲੈਂਦੇ ਨੇ। ਮਿੱਤਰੋ, ਲੜਾਈ ਜਿੰਨੀ ਜੋਸ਼ ਦੀ ਹੈ ਓਨੀ ਹੋਸ਼ ਦੀ ਹੈ। ਸਾਹਮਣੇ ਵਾਲਾ ਸ਼ਾਤਰ ਹੈ ਪਰ ਦਿਆਂਗੇ ਸ਼ੈ ਮਾਤ। ਮੈਂ ਕੱਲ ਨੂੰ ਸੜਕ ਤੇ ਉਤਰੂ ਆਪਣਾ ਤਿਲ ਫੁੱਲ ਪਾਉਂ। सरफरोशी की तमन्ना अब हमारे दिल में है, देखना है जोर कितना बाजुए कातिल में है। वक्त आने पे बता देंगे तुझे ऐ आसमां, हम अभी से क्या बताएं क्या हमारे दिल में है। पंजाब ਅਤੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਯਤਨਸ਼ੀਲ
ਪੰਜਾਬ ਟਾਈਮਸ ਪੜ੍ਹੋ, ਪੰਜਾਬ ਨਾਲ ਜੁੜੋ।